हाँ जी प्यारे साथियों, सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਆ। ਜਿਹੜੇ ਇਸ ਵੀਡੀਓ ਤੇ ਪਹਿਲੀ ਵਾਰੀ ਆਏ ਆ ਉਹਨਾਂ ਨੂੰ ਮੈਂ ਇੱਕ ਵਾਰੀ ਦੱਸ ਦੇਵਾਂ ਕਿ ਟ੍ਰਿਪਲ ਏ ਬੁੱਕ ਦੀ ਰੀਡਿੰਗ ਚੱਲਦੀ ਪਈ ਆ ਪੰਜਾਬੀ ਸਬਜੈਕਟ ਦੀ ਤੇ ਸ਼ਡਿਊਲ ਦੇ ਅਕੋਰਡਿੰਗ ਜਿਹੜੀਆਂ ਮੇਰੀਆਂ ਕਲਾਸਾਂ ਅਪਲੋਡ ਹੁੰਦੀਆਂ ਵਾ। ਸ਼ਡਿਊਲ ਜਿਹੜਾ ਵਾ ਟੈਲੀਗ੍ਰਾਮ ਤੇ ਪਿਆ, YouTube ਤੇ ਵੀ ਮੈਂ ਅਪਲੋਡ ਕੀਤਾ ਸੀ। ਪਹਿਲੇ 3 ਦਿਨ ਪੰਜਾਬੀ ਵਿਆਕਰਨ ਦੀ ਕਲਾਸ ਹੁੰਦੀ ਆ ਤੇ ਲਾਸਟ ਵਾਲੇ 3 ਦਿਨ ਜਿਹੜੀ ਆ ਪੰਜਾਬੀ ਪੈਡਾਗੋਜੀ ਦੀ ਕਲਾਸ ਹੁੰਦੀ ਆ। ਸ਼ਡਿਊਲ ਦੇ ਅਕੋਰਡਿੰਗ ਆਪਣੀ ਅੱਜ ਪੰਜਾਬੀ ਵਿਆਕਰਨ ਦੀ ਕਲਾਸ ਆ, ਜਿਹਦੇ ਵਿੱਚ ਆਪਾਂ ਪੜਨਾਂਵ ਤੇ ਪਹੁੰਚ ਚੁੱਕੇ ਹਾਂ। ਨਾਂਵ ਆਪਾਂ ਕਰ ਲਿਆ ਸੀਗਾ। ਜਿਹੜੇ ਸ਼ਬਦ ਨਾਂਵ ਦੀ ਥਾਂ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ? ਪੜਨਾਂਵ। 5 ਪੜਨਾਂਵ ਸ਼ਬਦ ਲਿਖੋ। ਮੈਂ, ਤੂੰ, ਇਹ, ਉਹ, ਅਸੀਂ। ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? 6। ਪੜਨਾਂਵ ਦੀਆਂ ਕਿਸਮਾਂ ਦੇ ਨਾਂ: ਪੁਰਖਵਾਚਕ ਪੜਨਾਂਵ, ਨਿੱਜਵਾਚਕ ਪੜਨਾਂਵ, ਸੰਬੰਧਵਾਚਕ ਪੜਨਾਂਵ, ਪ੍ਰਸ਼ਨਵਾਚਕ ਪੜਨਾਂਵ, ਨਿਸ਼ਚੈਵਾਚਕ ਪੜਨਾਂਵ ਤੇ ਅਨਿਸ਼ਚੈਵਾਚਕ ਪੜਨਾਂਵ। ਜਿਹੜਾ ਪੜਨਾਂਵ ਕਿਸੇ ਮਨੁੱਖ ਜਾਂ ਵਿਅਕਤੀ ਦੀ ਥਾਂ ਤੇ ਵਰਤਿਆ ਜਾਵੇ ਉਸਨੂੰ ਕੀ ਕਹਿੰਦੇ ਹਨ? ਪੁਰਖਵਾਚਕ ਪੜਨਾਂਵ। ਮੈਂ, ਅਸੀਂ, ਸਾਡਾ, ਤੁਸੀਂ, ਉਹ, ਆਪ, ਇਹ ਸ਼ਬਦ ਕਿਹੜੀ ਕਿਸਮ ਦੇ ਪੜਨਾਂਵ ਹਨ? ਪੁਰਖਵਾਚਕ ਪੜਨਾਂਵ। ਪੁਰਖਵਾਚਕ ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? 3। ਮਤਲਬ ਏਦਾਂ ਦੇ ਕੁਐਸਚਨ ਸਾਨੂੰ ਬਹੁਤ ਪੁੱਛੇ ਜਾਂਦੇ ਆ। ਮਤਲਬ ਜਿਹੜੀਆਂ ਸਾਡੀਆਂ ਪੜਨਾਂਵ ਨਾਂਵ ਦੀਆਂ ਏਦਾਂ ਕਿਸਮਾਂ ਹੁੰਦੀਆਂ ਉਹਨਾਂ ਦੀਆਂ ਅੱਗੋਂ ਸਭ ਕਿਸਮਾਂ ਜਿਹੜੀਆਂ ਹੁੰਦੀਆਂ ਉਹ ਸਾਨੂੰ ਪੁੱਛ ਲਈਆਂ ਜਾਂਦੀਆਂ। ਪੁਰਖਵਾਚਕ ਪੜਨਾਂਵ ਦੀਆਂ ਅੱਗੋਂ 3 ਕਿਸਮਾਂ ਕਿਹੜੀਆਂ? ਉੱਤਮ ਪੁਰਖ, ਮੱਧਮ ਪੁਰਖ ਤੇ ਅਨਯ ਪੁਰਖ। ਠੀਕ ਆ। ਉੱਤਮ ਪੁਰਖ ਹੁੰਦਾ ਵਾ ਮਤਲਬ ਕਿ ਜਿਹੜਾ ਬੰਦਾ ਗੱਲ ਕਰ ਰਿਹਾ ਉਹ ਕੀ ਹੋਊਗਾ? ਉੱਤਮ ਪੁਰਖ। ਜਿਹਦੇ ਨਾਲ ਉਹ ਗੱਲ ਕਰ ਰਿਹਾ ਉਹ ਹੋਊਗਾ ਮੱਧਮ ਪੁਰਖ। ਜਿਹਦੇ ਬਾਰੇ ਉਹ ਗੱਲ ਕਰ ਰਿਹਾ ਉਹ ਕੀ ਹੋਊਗਾ? ਅਨਯ ਪੁਰਖ। ਠੀਕ ਆ। ਉਸ ਤੋਂ ਬਾਅਦ ਸਾਡਾ ਅਗਲਾ ਆ ਜਾਂਦਾ ਹੈ ਵਾਕ ਵਿੱਚ ਗੱਲ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਉੱਤਮ ਪੁਰਖ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ। ਵਾਕ ਵਿੱਚ ਜਿਸ ਨਾਲ ਗੱਲ ਕੀਤੀ ਜਾਵੇ ਉਸ ਨੂੰ ਕੀ ਕਹਿੰਦੇ ਹਨ? ਮੱਧਮ ਪੁਰਖ। ਮਤਲਬ ਮੈਂ ਕੀ ਆ? ਗੱਲ ਕਰਨ ਵਾਲੇ ਨੂੰ ਮੈਂ ਹੁਣ ਮੰਨ ਲਓ ਮੈਂ ਕੀ ਆ? ਉੱਤਮ ਪੁਰਖ ਹਾਂ। ਵਾਕ ਵਿੱਚ ਜਿਸ ਨਾਲ ਗੱਲ ਕੀਤੀ ਜਾਵੇ, ਮੈਂ ਕਿਹਦੇ ਨਾਲ ਗੱਲ ਕਰ ਰਹੀ ਹਾਂ? ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤੇ ਤੁਸੀਂ ਕੀ ਹੋ? ਮੱਧਮ ਪੁਰਖ ਹੋ। ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਵੇ, ਫੋਰ ਐਗਜ਼ਾਮਪਲ ਆਪਾਂ ਟ੍ਰਿਪਲ ਏ ਬੁੱਕ ਬਾਰੇ ਗੱਲ ਕਰ ਰਹੇ ਹਾਂ। ਟ੍ਰਿਪਲ ਏ ਦੀ ਬੁੱਕ ਆਪਣੀ ਕੀ ਹੋ ਜੂਗੀ? ਅਨਯ ਪੁਰਖ ਹੋ ਜੂਗੀ। ਮੈਂ, ਅਸੀਂ, ਸਾਡਾ, ਇਹ ਸ਼ਬਦ ਪੜਨਾਂਵ ਦੀ ਕਿਹੜੀ ਵੰਨਗੀ ਆ? ਉੱਤਮ ਪੁਰਖ ਆ। ਮੱਧਮ ਪੁਰਖ ਦੇ ਵਿੱਚ ਤੁਸੀਂ ਸ਼ਬਦ ਆਊਗਾ। ਤੇਰਾ, ਤੁਹਾਡਾ, ਇਹ ਸਾਰੇ ਮੱਧਮ ਪੁਰਖ ਆ। ਉਹ, ਇਹ, ਉਹਨਾਂ, ਇਹ ਅਨਯ ਪੁਰਖ ਸ਼ਬਦ ਆਉਣਗੇ। ਠੀਕ ਆ। ਉਸ ਤੋਂ ਬਾਅਦ ਜਿਹੜਾ ਪੜਨਾਂਵ ਕਰਤਾ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਦੱਸੇ ਉਸਨੂੰ ਕੀ ਕਹਿੰਦੇ ਹਨ? ਨਿੱਜਵਾਚਕ ਪੜਨਾਂਵ। ਨਿੱਜਵਾਚਕ ਪੜਨਾਂਵ ਦੀ ਇੱਕ ਉਦਾਹਰਨ ਦਿਓ। ਆਪ। ਠੀਕ ਆ। ਉਸ ਤੋਂ ਬਾਅਦ ਅਗਲਾ ਹੈਗਾ ਵਾ ਮੁੰਡੇ ਆਪਸ ਵਿੱਚ ਲੜਦੇ ਹਨ। ਵਾਕ ਵਿੱਚ ਆਪਸ ਪੜਨਾਂਵ ਦੀ ਕਿਹੜੀ ਕਿਸਮ ਹੈ? ਨਿੱਜਵਾਚਕ ਪੜਨਾਂਵ। ਸੰਬੰਧਵਾਚਕ ਪੜਨਾਂਵ ਦੀ ਇੱਕ ਉਦਾਹਰਨ ਦਿਓ। ਸੰਬੰਧਵਾਚਕ ਪੜਨਾਂਵ ਪਤਾ ਕਿਹੜੇ ਹੁੰਦੇ ਆ? ਜਿਹੜਾ, ਜਿਸ ਨੂੰ, ਇਹ ਜਿਹੜੇ ਸ਼ਬਦ ਹੁੰਦੇ ਨਾ ਇਹ ਸੰਬੰਧਵਾਚਕ ਹੁੰਦੇ ਆ। ਠੀਕ ਆ। ਜਿਹੜਾ ਪੜਨਾਂਵ ਪ੍ਰਸ਼ਨ ਪੁੱਛਣ ਦਾ ਕੰਮ ਕਰੇ ਉਸ ਨੂੰ ਕੀ ਕਹਿੰਦੇ ਹਨ? ਪ੍ਰਸ਼ਨਵਾਚਕ ਪੜਨਾਂਵ। ਪ੍ਰਸ਼ਨਵਾਚਕ ਪੜਨਾਂਵ ਦੀ ਇੱਕ ਉਦਾਹਰਨ ਦਿਓ। ਕਿਹੜਾ? ਕੀ, ਕਿਉਂ, ਕੌਣ, ਕਿਸ, ਇਹ ਸ਼ਬਦ ਕਿਹੜੇ ਪੜਨਾਂਵ ਹਨ? ਪ੍ਰਸ਼ਨਵਾਚਕ ਪੜਨਾਂਵ। ਰੌਲਾ ਕੌਣ ਪਾਉਂਦਾ ਹੈ? ਇਸ ਵਾਕ ਵਿੱਚ ਕੌਣ ਸ਼ਬਦ ਕਿਸ ਕਿਸਮ ਦਾ ਪੜਨਾਂਵ ਹੈ? ਪ੍ਰਸ਼ਨਵਾਚਕ ਪੜਨਾਂਵ। ਕਿਹੜੇ ਪੜਨਾਂਵ ਕਿਸੇ ਦਿਸ ਰਹੀ ਚੀਜ਼ ਵੱਲ ਇਸ਼ਾਰਾ ਕਰਨ ਦੀ ਥਾਂ ਤੇ ਉਸ ਦੇ ਨਾਂ ਦੀ ਥਾਂ ਤੇ ਵਰਤੇ ਜਾਂਦੇ ਹਨ ਨੂੰ ਕਹਿੰਦੇ ਹਨ ਨਿਸ਼ਚੈਵਾਚਕ ਪੜਨਾਂਵ। 4 ਨਿਸ਼ਚੈਵਾਚਕ ਪੜਨਾਂਵ: ਉਹ, ਇਹ, ਉਹਨਾਂ, ਉਸ। 4 ਅਨਿਸ਼ਚੈਵਾਚਕ ਪੜਨਾਂਵ: ਕੋਈ, ਕੁਝ, ਸਾਰੇ, ਥੋੜੇ ਜਿਹੇ। ਮਤਲਬ ਜੇ ਤਾਂ ਸੰਖਿਆ ਕੋਈ ਨਿਸ਼ਚਿਤ ਆ ਹਨਾ ਤੇ ਜਿੱਥੇ ਮਤਲਬ ਕੋਈ ਨਿਸ਼ਚਿਤ ਨਹੀਂ ਹੈਗਾ, ਜੇ ਕੋਈ ਕੁਝ ਉਹਦੇ ਵਿੱਚ ਸਾਨੂੰ ਕੀ ਪਤਾ ਕਿੰਨੀ ਸੰਖਿਆ ਵਾ, ਉਹਨੂੰ ਅਸੀਂ ਅਨਿਸ਼ਚੈਵਾਚਕ ਪੜਨਾਂਵ ਕਹਿੰਦੇ ਆ। ਕਈ, ਬਹੁਤ ਸਾਰੇ, ਇਹ ਸ਼ਬਦ ਕਿਹੜੇ ਪੜਨਾਂਵ ਹਨ? ਅਨਿਸ਼ਚੈਵਾਚਕ ਪੜਨਾਂਵ। ਉਸ ਤੋਂ ਬਾਅਦ ਸਾਡਾ ਆ ਜਾਂਦਾ ਹੈ ਲਿੰਗ। ਕਹਿੰਦੇ ਪੰਜਾਬੀ ਵਿੱਚ ਲਿੰਗ ਕਿੰਨੀ ਪ੍ਰਕਾਰ ਦੇ ਹਨ? 2 ਪ੍ਰਕਾਰ ਦੇ। ਨਰ ਅਤੇ ਮੱਧ ਅਨੁਸਾਰ ਸ਼ਬਦ ਵੰਡ ਨੂੰ ਕੀ ਕਹਿੰਦੇ ਹਨ? ਲਿੰਗ ਪਰਿਵਰਤਨ। ਠੀਕ ਆ। ਇਸ ਚੀਜ਼ ਨੂੰ ਨਾ ਧਿਆਨ ਦੇ ਵਿੱਚ ਪੁਆਇੰਟ ਨਾ ਹਾਲਾਂਕਿ ਬਹੁਤ ਈਜ਼ੀ ਆ ਪਰ ਇਹਨਾਂ ਨੂੰ ਹੀ ਪੇਪਰ ਦੇ ਵਿੱਚ ਘੁਮਾ ਫਿਰਾ ਕੇ ਆ ਜਾਂਦੇ ਆ ਸਾਡੇ, ਇਸ ਕਰਕੇ ਜਿਹੜੇ ਇਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਸਮਝਦੇ ਜਾਇਓ ਸੁਣ ਕੇ। ਇਸਤਰੀ ਲਿੰਗ ਸ਼ਬਦ ਕਿਹੜੇ ਹੁੰਦੇ ਹਨ? ਮਾਦਾ ਲਿੰਗ ਵਾਲੇ। ਠੀਕ ਆ। ਕਈਆਂ ਬੱਚਿਆਂ ਨੂੰ ਨਰ ਮਾਦਾ ਦਾ ਨਹੀਂ ਪਤਾ ਹੁੰਦਾ। ਮਾਦਾ ਦਾ ਮਤਲਬ ਹੁੰਦਾ ਵਾ ਇਸਤਰੀ ਤੇ ਲਿੰਗ ਦਾ ਮਤਲਬ ਜਿਹੜਾ ਨਰ ਹੁੰਦਾ ਵਾ ਉਹ ਹੁੰਦਾ ਵਾ ਪੁਰਸ਼। ਠੀਕ ਆ। ਪੁਲਿੰਗ ਸ਼ਬਦ ਕਿਹੜੇ ਹੁੰਦੇ ਹਨ? ਨਰ ਲਿੰਗ ਵਾਲੇ। ਠੀਕ ਆ। ਆਦਮੀ ਅਤੇ ਘੋੜਾ ਸ਼ਬਦਾਂ ਦੇ ਇਸਤਰੀ ਲਿੰਗ ਔਰਤ ਅਤੇ ਘੋੜੀ। ਠੀਕ ਆ। ਪੁਜਾਰਨ ਅਤੇ ਪੋਠੋਹਾਰਨ ਸ਼ਬਦਾਂ ਦੇ ਪੁਲਿੰਗ ਪੁਜਾਰੀ ਅਤੇ ਪੋਠੋਹਾਰੀਆ। ਠੀਕ ਆ। 2 ਅਜਿਹੇ ਸ਼ਬਦ ਲਿਖੋ ਜਿਹੜੇ ਦੋਵੇਂ ਲਿੰਗਾਂ ਵਿੱਚ ਹੀ ਵਰਤੇ ਜਾਣ। ਸਾਈਕਲ ਤੇ ਟਿਕਟ। ਮਤਲਬ ਕਿ ਏਦਾਂ ਦੀਆਂ ਚੀਜ਼ਾਂ ਸਾਨੂੰ ਬਹੁਤ ਈਜ਼ੀ ਪੁੱਛ ਲਈਆਂ ਜਾਂਦੀਆਂ। ਜਿਵੇਂ ਨਾ ਪੀਐਸਟੈਟ ਵਾਲਿਆਂ ਜਿਨ੍ਹਾਂ ਨੇ ਪਿਛਲਾ ਪੇਪਰ ਦਿੱਤਾ ਉਹਨਾਂ ਨੂੰ ਪਤਾ ਹੋਊਗਾ ਹੱਥ ਸ਼ਬਦ ਪੁੱਛਿਆ ਸੀ।
ਹੱਥ ਦਾ ਇੱਕ ਵਚਨ ਕਿ ਬਹੁਵਚਨ ਸਾਨੂੰ ਪੁੱਛਿਆ ਸੀ, ਹੱਥ ਦਾ ਹੱਥ ਹੀ ਆਉਣਾ ਸੀ। ਸੋ ਇਸ ਕਰਕੇ ਇਹ ਜਿਹੜੇ ਪੁਆਇੰਟ ਹੈ ਨਾ ਲਿੰਗ ਵਾਲਾ ਚੈਪਟਰ, ਇਹ ਬਹੁਤ ਇੰਪੋਰਟੈਂਟ ਹੈ। ਠੀਕ ਆ, ਮਤਲਬ ਕੋਈ ਏਦਾਂ ਦੇ ਸ਼ਬਦ ਸਾਡੇ ਹੁੰਦੇ ਆ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਇਸਤਰੀ ਲਿੰਗ ਵੀ ਹੁੰਦੇ ਆ ਤੇ ਆਪਣੇ ਕੀ ਕਹ ਰਹੇ ਪੁਲਿੰਗ ਦੇ ਵਿੱਚ ਵੀ ਆ ਜਾਂਦੇ ਆ। ਠੀਕ ਆ, ਦੋ ਅਜਿਹੇ ਸ਼ਬਦ ਲਿਖੋ ਜਿਨ੍ਹਾਂ ਦਾ ਵਿਰੋਧੀ ਲਿੰਗ ਨਹੀਂ ਹੁੰਦਾ। ਧਰਤੀ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈਗਾ, ਚੰਦਰਮਾ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈਗਾ। ਬਤੌਰੀ ਸ਼ਬਦ ਕਿਹੜੀ ਕਿਸਮ ਦਾ ਲਿੰਗ ਹੈ? ਇਸਤਰੀ ਲਿੰਗ ਦਾ। ਦੇਵੀ ਸ਼ਬਦ ਕਿਹੜੀ ਕਿਸਮ ਦਾ ਲਿੰਗ ਹੈ? ਇਸਤਰੀ ਲਿੰਗ ਦਾ ਵਾ। ਠੀਕ ਆ, ਸੌਰੀ। ਉਸ ਤੋਂ ਬਾਅਦ ਹੈਗਾ ਬੱਦਲੀ ਸ਼ਬਦ ਕਿਹੜੀ ਕਿਸਮ ਦਾ ਲਿੰਗ ਹੈ? ਇਸਤਰੀ ਲਿੰਗ। ਨੰਬਰਦਾਰਨੀ ਸ਼ਬਦ ਕਿਹੜੀ ਕਿਸਮ ਦਾ ਲਿੰਗ ਹੈ? ਇਸਤਰੀ। ਠੀਕ ਹੈ, ਕੁੜਮਣੀ ਇਸਤਰੀ ਲਿੰਗ, ਲੇਖਿਕਾ ਇਸਤਰੀ ਲਿੰਗ, ਨਾਈ ਜਿਹੜਾ ਵਾ ਉਹ ਪੁਲਿੰਗ ਆ। ਅਸਮਾਨ ਕੀ ਸ਼ਬਦ ਕਿਹੜੀ ਕਿਸਮ ਦਾ ਲਿੰਗ ਹੈ? ਪੁਲਿੰਗ। ਅਸਮਾਨ ਯਾਦ ਰੱਖਿਓ। ਠੀਕ ਹੈ, ਜੇ ਸਾਨੂੰ ਅਸਮਾਨ ਬਾਰੇ ਪੁੱਛ ਲਿਆ ਜਾਵੇ ਤਾਂ ਉੱਥੇ ਏਦਾਂ ਵੀ ਲਿਖਿਆ ਹੋਊਗਾ ਵੀ ਇਹ ਕੋਈ ਪੁਲਿੰਗ ਨਹੀਂ ਹੈ, ਨਾ ਇਹ ਪੁਲਿੰਗ ਚ ਆਉਂਦਾ ਨਾ ਇਹ ਇਸਤਰੀ ਲਿੰਗ ਚ, ਗਲਤ ਹੋ ਜਾਊਗਾ। ਅਸਮਾਨ ਜਿਹੜਾ ਵਾ ਪੁਲਿੰਗ ਦੇ ਵਿੱਚ ਆਉਂਦਾ ਵਾ। ਗੱਡਾ ਵੀ ਪੁਲਿੰਗ ਚ ਆਉਂਦਾ, ਮੋਚੀ ਵੀ ਪੁਲਿੰਗ ਚ ਆਉਂਦਾ, ਪਤੀ ਪੁਲਿੰਗ ਚ ਆਉਂਦਾ, ਭਾਈ ਜਿਹੜਾ ਪੁਲਿੰਗ ਚ ਆਉਂਦਾ। ਠੀਕ ਹੈ, ਉਸ ਤੋਂ ਬਾਅਦ ਕੁਝ ਸ਼ਬਦ ਆ ਜਿਹੜੇ ਉਹਨਾਂ ਨੂੰ ਆਪਾਂ ਜਲਦੀ ਜਲਦੀ ਰੀਡ ਕਰ ਲੈਂਦੇ ਆ। ਠੀਕ ਹੈ, ਦੇਖੋ, ਕਬੂਤਰ ਕਬੂਤਰੀ, ਬ੍ਰਾਹਮਣ ਬ੍ਰਾਹਮਣੀ, ਗਲਾਸ ਗਲਾਸੀ, ਠੇਕੇਦਾਰ ਠੇਕੇਦਾਰਨੀ, ਬਾਜ਼ੀਗਰ ਬਾਜ਼ੀਗਰਨੀ, ਊਠ ਊਠਣੀ, ਸ਼ਾਹ ਸ਼ਾਹਣੀ, ਰਾਗ ਰਾਗਣੀ। ਅਸਲ ਦੇ ਵਿੱਚ ਨਾ ਇਹ ਤੁਹਾਨੂੰ ਦੇਖਣ ਚ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਇਹਨਾਂ ਨੂੰ ਆਪਾਂ ਸਕਿਪ ਵੀ ਦੀਦੀ ਕਰ ਸਕਦੇ ਸੀ ਜਾਂ ਕਿੱਦਾਂ, ਪਰ ਨਹੀਂ। ਪਤਾ ਕੀ ਆ, ਸਾਨੂੰ ਪੇਪਰ ਦੇ ਵਿੱਚ ਬਹੁਤ ਘੁਮਾ ਫਰਾ ਕੇ ਆ ਜਾਂਦੇ ਆ ਤੇ ਕਈ ਵਾਰੀ ਸਾਨੂੰ ਆਉਂਦਾ ਵੀ ਹੁੰਦਾ ਤੇ ਇੰਨੇ ਸੌਖੇ ਪੰਜਾਬੀ ਦੇ ਕੁਐਸਚਨ ਸਾਡੇ ਗਲਤ ਹੋ ਜਾਂਦੇ ਆ। ਠੀਕ ਆ, ਜਿਵੇਂ ਨਾਇਕ ਨਾਇਕਾ, ਅਧਿਆਪਕ ਅਧਿਆਪਕਾ, ਦਿਓਰ ਦਿਓਰਾਣੀ, ਮਾਸਟਰ ਮਾਸਟਰ ਮਾਸਟਰਾਣੀ, ਢੋਲ ਢੋਲਕੀ, ਡੋਲ ਡੋਲਕੀ। ਠੀਕ ਆ, ਉਸ ਤੋਂ ਬਾਅਦ ਹੈਗੇ ਆ ਅੱਗੇ ਦੇਵ ਦੇਵੀ, ਪਹਾੜ ਪਹਾੜੀ, ਹਿਰਨ ਹਿਰਨੀ, ਜਮਾਦਾਰ ਜਮਾਦਾਰਨੀ, ਸ਼ੇਰ ਸ਼ੇਰਨੀ, ਲੀ ਨਾਣੇ ਨੂੰ ਨੀ ਲਾ ਕੇ ਜਿਹੜਾ ਬਣਾਉਣੇ ਆ, ਉਸਤਾਦ ਉਸਤਾਦਣੀ, ਸ਼ਰਾਫ ਸ਼ਰਾਫਣੀ, ਰਿਸ਼ ਰਿਸ਼ਣੀ, ਸੇਵਕ ਸੇਵਕਾ, ਪਾਠਕ ਪਾਠਕਾ, ਜੇਠ ਜੇਠਾਣੀ, ਪ੍ਰੋਫੈਸਰ ਪ੍ਰੋਫੈਸਰਾਣੀ। ਠੀਕ ਆ, ਉਸ ਤੋਂ ਬਾਅਦ ਬਾਂਦਰ ਬਾਂਦਰੀ, ਘੁਮਿਆਰ ਘੁਮਿਆਰੀ, ਬੱਦਲ ਬੱਦਲੀ, ਨੰਬਰਦਾਰ ਨੰਬਰਦਾਰਨੀ, ਮੋਰ ਮੋਰਨੀ, ਮਹੰਤ ਮਹੰਤਣੀ, ਸੂਮ ਸੂਮਣੀ, ਕੁੜਮ ਕੁੜਮਣੀ, ਲੇਖਕ ਲੇਖਕਾ, ਉਪਦੇਸ਼ਕ ਉਪਦੇਸ਼ਕਾ। ਠੀਕ ਆ, ਹੁਣ ਵੇਖੋ ਇੱਥੇ ਇਹਨਾਂ ਨੇ ਲੇਖਿਕਾ ਦੇ ਨਾਲ ਸਿਹਾਰੀ ਨਹੀਂ ਲਾਈ ਹਨਾ, ਤੇ ਇੱਥੇ ਉਪਦੇਸ਼ਕਾ ਦੇ ਨਾਲ ਵੀ, ਚਲੋ ਉਪਦੇਸ਼ਕਾ ਦੇ ਨਾਲ ਤੇ ਨਹੀਂ ਸਿਉਣੀ, ਲੇਖਕਾ ਦੇ ਨਾਲ ਇੱਥੇ ਸਿਹਾਰੀ ਨਹੀਂ ਲੱਗੀ। ਪਰ ਦੋਨੋਂ ਤਰ੍ਹਾਂ ਦੇ ਨਾਲ ਹੀ ਸ਼ਬਦ ਸਹੀ ਹੋ ਸਕਦਾ। ਜੇਕਰ ਸਾਨੂੰ ਇਦਾਂ ਦਾ ਕੁਐਸਚਨ ਆ ਜਾਂਦਾ ਤੇ ਉੱਥੇ ਅਸੀਂ ਕੀ ਲਾਵਾਂਗੇ। ਠੀਕ ਹੈ, ਬੜੇ ਇਦਾਂ ਦੇ ਕੁਐਸਚਨ ਸਾਨੂੰ ਆ ਜਾਂਦੇ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹਦਾ ਕੀ, ਦੋ ਆਪਸ਼ਨਾਂ ਦੇ ਵਿੱਚ ਅਸੀਂ ਕਨਫਿਊਜ਼ ਹੋ ਜਾਂਦੇ ਹਾਂ। ਠੀਕ ਆ, ਉਸ ਤੋਂ ਬਾਅਦ ਹੈਗਾ ਵਾ ਦਿਓਰ, ਅੱਛਾ ਆਪਾਂ ਕਰ ਲਿਆ ਸੀ। ਠੀਕ ਆ, ਪ੍ਰੋਹਤ ਪ੍ਰੋਹਤਾਣੀ, ਮੁਗਲ ਮੁਗਲਾਣੀ। ਠੀਕ ਹੈ, ਉਸ ਤੋਂ ਬਾਅਦ ਚੰਮ ਚਮੜੀ, ਬਾਲ ਬਾਲੜੀ, ਖੰਭ ਖੰਭੜੀ, ਸੂਤ ਸੂਤਣੀ। ਉਸ ਤੋਂ ਬਾਅਦ ਜਿਵੇਂ ਦਾਦਾ ਦਾਦੀ, ਬੱਚਾ ਬੱਚੀ, ਕੁੱਤਾ ਕੁੱਤੀ, ਘੋੜਾ ਘੋੜੀ, ਖੋਤਾ ਖੋਤੀ, ਬਾਟਾ ਬਾਟੀ, ਮਾਮਾ ਮਾਮੀ, ਭੁੱਖਾ ਭੁੱਖੀ। ਅੱਛਾ, ਇਹ ਤਾਂ ਸੌਖੇ ਆ ਹਨਾ। ਭਠੋਰਾ ਭਠੋਰੀ, ਕਿਰਲਾ ਕਿਰਲੀ, ਝੋਟਾ ਝੋਟੀ, ਚਰਖਾ ਚਰਖੀ। ਠੀਕ ਹੈ, ਉਸ ਤੋਂ ਬਾਅਦ ਹੈਗੇ ਆ ਵਪਾਰੀ ਵਪਾਰਨ, ਸਪੇਰਾ ਸਪੇਰਨ, ਵਣਜਾਰਾ ਵਣਜਾਰਨ, ਕਸੇਰਾ ਕਸੇਰਨ। ਠੀਕ ਹੈ, ਏਦਾਂ ਦੇ ਸ਼ਬਦ ਆਉਂਦੇ ਹੁੰਦੇ ਆ, ਏਦਾਂ ਦੇ ਜਿਹੜੇ ਔਖੇ ਜਿਹੇ ਹੋਣ। ਪਠਿਆਰਾ ਪਠਿਆਰਨ, ਹਥਿਆਰਾ ਹਥਿਆਰਨ। ਠੀਕ ਹੈ, ਉਸ ਤੋਂ ਬਾਅਦ ਗੱਡਾ ਗੱਡ। ਵੇਖੋ ਬਈ ਆਹ ਚੀਜ਼ ਮਤਲਬ ਇਸਤਰੀ ਲਿੰਗ ਏਦਾਂ ਦੇ ਵੀ ਆਉਂਦੇ ਆ ਜਿੱਥੇ ਕੰਨਾ ਹਟਾ ਦਿੱਤਾ ਜਾਂਦਾ ਵਾ। ਵੇਖੋ, ਗੱਡਾ ਗੱਡ, ਸੰਡਾ ਸੰਡ, ਰੰਡਾ ਰੰਡ। ਆਹ ਦੇਖੋ, ਇੱਥੇ ਜਿਹੜਾ ਆਪਾਂ ਪਹਿਲਾਂ ਤੇ ਆਪਾਂ ਕੰਨਾ ਲਾ ਕੇ ਜਿਹੜਾ ਵਾ ਇਸਤਰੀ ਲਿੰਗ ਬਣਾ ਰਹੇ ਸੀ, ਪਰ ਇੱਥੇ ਬਿਲਕੁਲ ਹੀ ਜਿਹੜਾ ਵਾ ਹਟਾ ਦਿੱਤਾ ਗਿਆ। ਪੋਠੋਹਾਰੀਆ ਪੋਠੋਹਾਰਨ, ਦੁਆਬੀਆ ਦੁਆਬਣ, ਪੂਰਬੀਆ ਪੂਰਬਣ, ਪਹਾੜੀਆ ਪਹਾੜਨ, ਹਟਵਾਣੀਆਂ ਹਟਵਾਣਨ, ਪਸ਼ੋਰੀਆ ਪਸ਼ੋਰਨ। ਠੀਕ ਆ, ਮਤਲਬ ਏਦਾਂ ਦੇ ਸ਼ਬਦ ਵੀ ਸਾਡੇ ਹੈਗੇ ਆ ਜਿਹਦੇ ਵਿੱਚ ਕੰਨਾ ਜਿਹੜਾ ਵਾ, ਕੰਨੇ ਦੇ ਨਾਲ ਜਿਹੜਾ ਵਾ ਨਾਣਾ ਲਾ ਕੇ ਤੇ ਉਹਦੇ ਨਾਲ ਜਿਹੜਾ ਵਾ ਇਸਤਰੀ ਲਿੰਗ ਬਣਾ ਦਿੱਤਾ ਜਾਂਦਾ। ਜਿਵੇਂ ਪੰਜਾਬੀ ਪੰਜਾਬਣ, ਮੋਚੀ ਮੋਚਣ, ਮਾਛੀ ਮਾਛਣ, ਗਿਆਨੀ ਗਿਆਨਣ, ਤੇਲੀ ਤੇਲਣ, ਧੋਬੀ ਧੋਬਣ। ਠੀਕ ਆ,
नाई नायण, कसाई कसायण, अराई अरायण, शुदाई शुदायण, ईसाई ईसायण, हलवाई हलवायण, खिडारी खिडारन, लिखारी लिखारन, पटवारी पटवारन, शहरी शहरन, जुआरी जुआरन, पति पत्नी। मतलब जिथे नन्ना वा आ देखो इत्थे नन्ना वा ते नन्ने दे नाल की आ जिहड़ी आ नन्ने नूं सिहारी ला के, ठीक है। उस तो बाद खत्तरी खतराणी, पादरी पादराणी, ठीक है, चौधरी चौधराणी, भाई भाईयाणी, सांसी सांसियाणी, मांदरी मांदराणी, ठीक है। पेंडू पेंडुआणी, हिंदू हिंदड़ी हिंदणी भी, अच्छा आ नोट कर लियो, हिंदणी भी आऊगा ते हिंदुआणी भी आ सकदा, साऊ साऊआणी, ठीक है। पुत्र धी, वर कन्या, झोटा मझ, लाड़ा लाड़ी, वोटी, ददिऔरा ददेस। अच्छा भाई इदां दे क्वेश्चन जरूर आउंदे हुंदे आ सानूं, ददिऔरा, ठीक है, ददेस, देऊ परी, राजा राणी, भूत चुड़ेल, गभरू मुटियार, नर मादा, मित्र सहेली, फुफियौरा फफेस, ठीक है। जिन्ना कुड़ियां नूं पता ना इन्हां दा रिश्ते च की हुंदा कमेंट करके दस्सिओ। ददिऔरा की हुंदा ते ददेस की हुंदी है जरूर कमेंट करके दसना। फफियौरा की हुंदा ते फफेस की हुंदी है भी तुसीं कमेंट करके मैनूं दसना, ठीक है। रौनकां ला दो एक बारी कमेंट सैक्शन दे विच, ठीक है। नवाब बेगम, खसम रन, प्यो माँ, पिता माता, पुरख इस्त्री, मर्द तीवी तीवीं, ठीक है। भरा भैन भरजाई, साला सांडू साली, भैन भणवैया, ननाण ननाणवैया, मक्खी मक्ख, छतरी छतर, ठीक है। साला साली सालेहार, जवाई पुत्तर धी, भूआ फुफी फुफड़, ननंद ननदोईया, ठीक है। तकड़ी तक्कड़, टोकरी टोकरा, ठीक है। उस तो बाद हैगा वा मासी मासड़, रेत रेता, पगड़ी पगड़, आरी आरा। ਅੱਗੇ ਹੈਗਾ ਆ ਪੰਜਾਬੀ ਦੇ ਕਈ ਸ਼ਬਦ ਜਾਂ ਨਿਰੇ ਪੁਲਿੰਗ ਹੁੰਦੇ ਹਨ, ਇਸਤਰੀ ਲਿੰਗ ਉਹਨਾਂ ਦਾ ਉਲਟਾ ਲਿੰਗ ਨਹੀਂ ਹੁੰਦਾ। ਜਿਵੇਂ ਮਤਲਬ ਕਹਿੰਦੇ ਇਦਾਂ ਦੇ ਸ਼ਬਦ ਵੀ ਹੁੰਦੇ ਆ ਜਿਨ੍ਹਾਂ ਦਾ ਕੋਈ ਇਸਤਰੀ ਲਿੰਗ ਨਹੀਂ ਹੁੰਦਾ। ਸੂਰਜ, ਚੰਦ, ਪਾਣੀ, ਗੁੱਸਾ, ਘਿਓ, ਆਕਾਸ਼, ਦਿਨ, ਮਤਲਬ ਇਦਾਂ ਦੇ ਸ਼ਬਦ ਹੀ ਸਾਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ। ਕਹਿੰਦੇ ਕਈ ਇਦਾਂ ਦੇ ਇਸਤਰੀ ਲਿੰਗ ਵੀ ਹੁੰਦੇ ਆ ਜਿਨ੍ਹਾਂ ਦਾ ਕੋਈ ਪੁਲਿੰਗ ਨਹੀਂ ਹੁੰਦਾ। ਕਿਰਨ, ਇੱਟ, ਅੱਗ, ਮਿਠਾਸ, ਹਵਾ, ਠੀਕ ਆ, ਇਹ ਚੀਜ਼ ਆ। ਕਈ ਸ਼ਬਦ ਪੁਲਿੰਗ ਵੀ ਹੁੰਦੇ ਹਨ ਅਤੇ ਇਸਤਰੀ ਲਿੰਗ ਵੀ, ਪਰ ਉਹਨਾਂ ਦੇ ਅਰਥਾਂ ਵਿੱਚ ਫਰਕ ਹੁੰਦਾ ਹੈ। ਜਿਵੇਂ ਜਿਵੇਂ ਉਹਨਾਂ ਨੇ ਕਿਹਾ ਵਾ ਹਾਰ, ਪਰੋਏ ਹੋਏ ਫੁੱਲ, ਠੀਕ ਆ। ਹਾਰ ਇਸਤਰੀ ਲਿੰਗ, ਜਿੱਤ ਦਾ ਵਿਰੋਧੀ ਸ਼ਬਦ, ਹਨਾ। ਹੁਣ ਵੇਖੋ ਹਾਰ ਕੀ ਆ, ਆਪਾਂ ਮਾਲਾ ਜਿਹੜੀ ਜਿਹਨੂੰ ਆਪਾਂ ਹਾਰ ਕਹਿ ਦਿੰਦੇ ਆ, ਤੇ ਹਾਰ ਕੀ ਆ, ਇੱਕ ਜਿੱਤ ਦਾ ਵਿਰੋਧੀ ਸ਼ਬਦ ਵੀ ਹੋ ਜਾਂਦਾ ਵਾ। ਵੱਟ, ਗਰਮੀ, ਵੱਟ ਆਪਾਂ ਕਹਿ ਜਿੱਦਾਂ ਹੁਣ ਸਾਡੇ ਮਾਝੇ ਚ ਕਹਿ ਦਿੰਦੇ ਆ ਬੜਾ ਵੱਟ ਲੱਗਾ ਪਿਆ, ਹਨਾ। ਹੁਣ ਮੈਨੂੰ ਇਹ ਤਾਂ ਨਹੀਂ ਪਤਾ ਮਾਲਵੇ ਦੁਆਬੇ ਚ ਕੀ ਕਹਿੰਦੇ, ਪਰ ਸਾਡੇ ਗਰਮੀਆਂ ਚ ਆਮ ਹੀ ਕਹਿ ਦਿੰਦੇ ਵੀ ਵੱਟ ਆ। ਵੱਟ ਕੀ ਆ, ਖੇਤ ਵਾਲੀ ਵੱਟ ਵੀ ਹੁੰਦੀ ਆ, ਤੇ ਆਪਾਂ ਉਦਾਂ ਵੀ ਕੋਈ ਹੁੱਸੜ ਜਿਹਾ ਲੱਗਾ ਹੋਵੇ, ਗਰਮੀ ਹੋਵੇ ਜ਼ਿਆਦਾ, ਤਾਂ ਆਪਾਂ ਕਹਿ ਦਿੰਦੇ ਆ ਵੀ ਕਿੰਨਾ ਵੱਟ ਹੋਇਆ ਪਿਆ ਆ, ਠੀਕ ਆ। ਮਤਲਬ ਇਹੀ ਕਹਿਣ ਦੀ ਇਸੇ ਕਰਕੇ ਤੇ ਇਹਨਾਂ ਨੇ ਕਿਹਾ ਵਾ ਵੀ ਕੋਈ ਪੁਲਿੰਗ ਸ਼ਬਦ ਏਦਾਂ ਦੇ ਹੁੰਦੇ, ਇਸਤਰੀ ਲਿੰਗ ਵੀ ਕੋਈ ਸ਼ਬਦ ਏਦਾਂ ਦੇ ਹੁੰਦੇ ਆ ਵੀ ਜਿਨ੍ਹਾਂ ਦਾ ਅਰਥ ਦੇ ਵਿੱਚ ਜਿਹੜਾ ਵਾ ਫਰਕ ਪੈ ਜਾਂਦਾ ਵਾ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਵਚਨ ਤੇ। ਕਹਿੰਦੇ ਪੰਜਾਬੀ ਵਿੱਚ ਵਚਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ? 2 ਪ੍ਰਕਾਰ ਦੇ, ਇੱਕ ਵਚਨ ਤੇ ਬਹੁਵਚਨ। ਜਿਨ੍ਹਾਂ ਸ਼ਬਦਾਂ ਵਿੱਚ ਕਿਸੇ ਮਨੁੱਖ ਜਾਂ ਵਸਤੂ ਦੀ ਸੰਖਿਆ 1 ਦੱਸੀ ਗਈ ਹੋਵੇ ਉਹਨਾਂ ਨੂੰ ਕੀ ਕਹਿੰਦੇ ਹਨ? ਇੱਕ ਵਚਨ। ਜਿਨ੍ਹਾਂ ਸ਼ਬਦਾਂ ਵਿੱਚ ਮਨੁੱਖਾਂ ਜਾਂ ਵਸਤੂਆਂ ਦੀ ਸੰਖਿਆ 1 ਤੋਂ ਵੱਧ ਦੱਸੀ ਗਈ ਹੋਵੇ ਬਹੁਵਚਨ। ਦਰਿਆ ਸ਼ਬਦ ਦਾ ਬਹੁਵਚਨ ਦਰਿਆਵਾਂ, ਸਾਧੂ ਦਾ ਸਾਧੂਆਂ, ਨਹੁੰ ਨਹੁੰਆਂ, ਘਰ ਘਰਾਂ, ਤੁਰਦੀ ਤੁਰਦੀਆਂ। ਮੇਰੇ ਕੋਲ ਇੱਕ ਪੈਨ ਹੈ, ਇਸ ਵਾਕ ਵਿੱਚ ਪੈਨ ਵਚਨ ਕੀ ਹੈ? ਇੱਕ ਵਚਨ, ਠੀਕ ਹੈ। ਮੇਰੇ ਕੋਲ 4 ਪੈਨ ਹਨ, ਇਸ ਵਾਕ ਵਿੱਚ ਪੈਨ ਦਾ ਵਚਨ ਕੀ ਹੈ? ਬਹੁਵਚਨ, ਠੀਕ ਹੈ। ਕਥਾ ਸ਼ਬਦ ਕਿਹੜੇ ਵਚਨ ਨੂੰ ਪ੍ਰਗਟਾਉਂਦਾ ਹੈ? ਇੱਕ ਵਚਨ। ਮੁੰਡਾ ਸ਼ਬਦ ਕਿਹੜੇ ਵਚਨ ਨੂੰ ਪ੍ਰਗਟਾਉਂਦਾ ਹੈ? ਇੱਕ ਵਚਨ। ਘਰ ਇੱਕ ਵਚਨ, ਮੇਜ਼ ਇੱਕ ਵਚਨ, ਖੁਸ਼ਬੂਆਂ ਬਹੁਵਚਨ, ਨਹੁੰਆਂ ਬਹੁਵਚਨ, ਬੱਚਿਆਂ ਬਹੁਵਚਨ, ਆਦਮੀਆਂ ਬਹੁਵਚਨ, ਵਸਤੂਆਂ ਬਹੁਵਚਨ ਤੇ ਦਵਾਵਾਂ ਬਹੁਵਚਨ, ਠੀਕ ਆ। ਉਸ ਤੋਂ ਬਾਅਦ ਆਪਾਂ ਪੜਾਂਗੇ ਵਚਨ ਬਦਲੀ ਦੇ ਨਿਯਮ। ਕਹਿੰਦੇ ਜੇਕਰ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਤਾਂ ਉਸ ਸ਼ਬਦ ਦੇ ਇੱਕ ਵਚਨ ਅਤੇ ਬਹੁ ਰੂਪ ਵਿੱਚ ਹੇਠ ਲਿਖੇ ਅਨੁਸਾਰ ਹੁੰਦੇ ਹਨ, ਠੀਕ ਹੈ। ਇੱਕ ਚੀਜ਼ ਦਾ ਧਿਆਨ ਰੱਖਿਓ, ਜੇਕਰ ਤੁਹਾਨੂੰ ਏਦਾਂ ਕੁਐਸਚਨ ਆ ਜੇ ਵੀ ਜੇਕਰ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਵਾ ਤੇ ਬਹੁਵਚਨ ਵਿੱਚ ਤੁਸੀਂ ਉਸ ਨਾਲ ਕੀ ਲਗਾਵਾਂਗੇ ਤੇ ਅਸੀਂ ਉਹਦੇ ਨਾਲ ਕੀ ਲਗਾਵਾਂਗੇ? ਲਾਵਾਂ। ਏਦਾਂ ਟੇਢੇ ਕੁਐਸਚਨ ਬਣਦੇ ਆ, ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ, ਠੀਕ ਹੈ।
मुंडा मुंडे, घोड़ा घोड़े, कुत्ता कुत्ते, चरखा चरखे, शीशा शीशे, बोता बोते, बच्चा बच्चे। ठीक है, मुंडे मुंडियां, घोड़े घोड़ियां, कुत्ते कुत्तियां, चरखे मतलब आ संबंधकी रूप आ। ठीक है, आ संबंधकी रूप है। ठीक है, इस चीज नूं ध्यान दे विच रखियो। शीशे शीशियां, बोते बोतियां, बच्चे बच्चियां। ठीक है, उस तो बाद हैगा वा कई ਕੰਨਾਂ ਅੰਤ ਵਾਲੇ ਪੁਲਿੰਗ ਨਾਂਵ ਅਜਿਹੇ ਹਨ ਜਿਨ੍ਹਾਂ ਦੇ ਇੱਕ ਵਚਨ ਅਤੇ ਬਹੁਵਚਨ ਸ਼ਬਦਾਂ ਦਾ ਰੂਪ ਹੁੰਦਾ ਹੈ। ਜਿਵੇਂ ਜਿਵੇਂ ਇੱਥੇ ਇਹਨਾਂ ਨੇ ਕਿਹਾ ਵਾ ਸਤਲੁਜ ਪੰਜਾਬ ਦਾ ਇੱਕ ਦਰਿਆ ਹੈ। ਇਹ ਕੀ ਆ? ਇੱਕ ਵਚਨ ਆ। ਪੰਜਾਬ ਵਿੱਚ ਬਹੁਤ ਸਾਰੇ ਦਰਿਆ ਹਨ। ਇਹ ਕੀ ਹੋ ਗਿਆ? ਬਹੁਵਚਨ। ਉਸ ਦਾ ਇੱਕ ਭਰਾ ਹੈ, ਇੱਕ ਵਚਨ ਆ। ਮੇਰੇ 5 ਭਰਾ ਹਨ। ਇਹ ਕੀ ਹੋ ਗਿਆ? ਬਹੁਵਚਨ। ਠੀਕ ਹੈ, ਉਸ ਤੋਂ ਬਾਅਦ ਹੈਗਾ ਵਾ ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਕੰਨਾ ਨਹੀਂ ਹੁੰਦਾ ਉਹਨਾਂ ਦੇ ਇੱਕ ਵਚਨ ਅਤੇ ਬਹੁਵਚਨ ਰੂਪ ਹੇਠ ਲਿਖੇ ਅਨੁਸਾਰ ਹੁੰਦਾ ਹੈ। ਮਤਲਬ ਜਿੱਥੇ ਕੋਈ ਵੀ ਜਿਹੜਾ ਸਧਾਰਨ ਰੂਪ ਆ ਉਹਦੇ ਵਿੱਚ ਕੋਈ ਵੀ ਕੰਨਾ ਨਹੀਂ ਲੱਗਾ ਤਾਂ ਉੱਥੋਂ ਆਪਾਂ ਬਹੁਵਚਨ ਬਣਾਉਣਾ। ਘਰ ਦਾ ਘਰ ਹੀ ਆਊਗਾ, ਮੇਜ਼ ਦਾ ਮੇਜ਼ ਹੀ ਆਊਗਾ, ਸਿਰ ਦਾ ਸਿਰ ਹੀ ਆਊਗਾ, ਆਦਮੀ ਦਾ ਆਦਮੀ ਹੀ ਆਊਗਾ, ਮਰਾਸੀ ਦਾ ਮਰਾਸੀ ਹੀ ਆਊਗਾ, ਨਹੁੰ ਦਾ ਨਹੁੰ ਹੀ ਆਊਗਾ, ਕੱਦੂ ਦਾ ਕੱਦੂ, ਜੌਂ ਦਾ ਜੌਂ। ਮਤਲਬ ਇਸ ਤੋਂ ਬਾਅਦ ਘਰ ਦਾ ਘਰਾਂ, ਮੇਜ਼ ਦਾ ਮੇਜ਼ਾਂ, ਸਿਰ ਦਾ ਸਿਰਾਂ, ਆਦਮੀ। ਮਤਲਬ ਇੱਥੇ ਇਹਨਾਂ ਨੇ ਕੀ ਦਿੱਤਾ ਵਾ? ਸਾਨੂੰ ਸਧਾਰਨ ਰੂਪ ਦੇ ਕੇ ਸੰਬੰਧਕੀ ਰੂਪ ਜਿਹੜਾ ਵਾ ਦਿੱਤਾ ਵਾ ਇੱਕ ਵਚਨ ਦੇ ਵਿੱਚ, ਪਰ ਇੱਥੇ ਇਹਨਾਂ ਨੇ ਸਾਨੂੰ ਇਹ ਬਹੁਵਚਨ ਦੇ ਵਿੱਚ ਦਿੱਤਾ ਵਾ। ਇੱਥੇ ਅਸੀਂ ਐੜੇ ਨੂੰ ਕੰਨਾ ਜਾਂ ਜਿਹੜਾ ਵੀ ਅੱਖਰ ਐਂਡ ਤੇ ਆਇਆ ਉਹਦੇ ਨਾਲ ਅਸੀਂ ਕੰਨਾ ਲਾ ਕੇ ਉੱਪਰ ਬਿੰਦੀ ਲਾ ਦਾਂਗੇ। ਠੀਕ ਹੈ, ਉਸ ਤੋਂ ਬਾਅਦ ਆ ਜਾਂਦਾ ਵਾ ਕਈ ਪੁਲਿੰਗ ਸ਼ਬਦਾਂ ਦਾ ਇੱਕ ਵਚਨ ਰੂਪ ਹੁੰਦਾ ਹੀ ਹੈ ਨਹੀਂ, ਸਗੋਂ ਉਹ ਹੁੰਦਾ ਹੀ ਨਹੀਂ। ਕਹਿੰਦੇ ਕਈ ਸ਼ਬਦ ਏਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਇੱਕ ਵਚਨ ਰੂਪ ਨਹੀਂ ਹੁੰਦਾ, ਉਹ ਬਹੁਵਚਨ ਰੂਪ ਵਿੱਚ ਵੀ ਹੀ ਹੁੰਦੇ ਹਨ। ਜਿਵੇਂ ਦਾਦਕੇ, ਨਾਨਕੇ, ਮਾਪੇ। ਹਨਾ, ਇਹ ਆਲਰੇਡੀ ਇਹਨਾਂ ਦਾ ਹੁਣ ਦਾਦਕੇ ਨਾਨਕੇ ਇਹ ਸ਼ਬਦ ਹੈ, ਇਹਨਾਂ ਦਾ ਕੋਈ ਇੱਕ ਵਚਨ ਨਹੀਂ ਹੈਗਾ। ਇਹ ਆਟੋਮੈਟਿਕਲੀ ਜਿਹੜੇ ਆ ਬਹੁਵਚਨ ਰੂਪ ਜਿਹੜਾ ਵਾ ਰੀਪ੍ਰਜੈਂਟ ਕਰਦੇ ਆ। ਠੀਕ ਆ, ਜਿਵੇਂ ਕਹਿੰਦੇ ਆ ਗੋਲੀ ਗੋਲੀ। ਹਨਾ, ਅੱਛਾ ਸੰਬੰਧਕੀ ਰੂਪ ਹੀ ਦਿੱਤਾ ਵਾ। ਇੱਥੇ ਆਪਾਂ ਸੇਮ ਹੀ ਆ ਜਾਊਗਾ ਸੰਬੰਧਕੀ ਰੂਪ ਕੰਨਾ ਲਾ ਕੇ ਤੇ ਆਪਾਂ ਉੱਪਰ ਬਿੰਦੀ ਦਾ ਪ੍ਰਯੋਗ ਜਿਹੜਾ ਵਾ ਕਰ ਲੈਂਦੇ ਆ। ਜਿਨ੍ਹਾਂ ਇਸਤਰੀ ਲਿੰਗ ਨਾਵਾਂ ਦੇ ਅੰਤ ਵਿੱਚ ਮੁਕਤਾ ਹੋਵੇ ਉਹਨਾਂ ਦੇ ਇੱਕ ਵਚਨ ਅਤੇ ਬਹੁਵਚਨ ਰੂਪ ਹੇਠ ਲਿਖੇ ਅਨੁਸਾਰ ਹੁੰਦੇ ਹਨ। ਜਿਵੇਂ ਇੱਕ ਵਚਨ। ਹਨਾ, ਆ ਇਹਨਾਂ ਨੇ ਸੰਬੰਧਕੀ ਰੂਪ ਦਿੱਤਾ ਵਾ। ਠੀਕ ਆ, ਅੱਖਾਂ ਅੱਖਾਂ ਮਤਲਬ ਸੇਮ ਹੀ ਆਊਗਾ ਸੰਬੰਧਕੀ ਰੂਪ ਵੀ ਇਹਦਾ। ਠੀਕ ਆ, ਜਿਨ੍ਹਾਂ ਇਸਤਰੀ ਲਿੰਗ ਨਾਵਾਂ ਦੇ ਅੰਤ ਵਿੱਚ ਕੰਨਾ ਹੋਵੇ ਉਹਨਾਂ ਦੇ ਇੱਕ ਵਚਨ ਰੂਪ ਅਤੇ ਬਹੁਵਚਨ ਰੂਪ ਹੇਠ ਲਿਖੇ ਅਨੁਸਾਰ ਹੁੰਦੇ ਹਨ। ਮਤਲਬ ਦੇਖੋ ਜਿਵੇਂ ਕਥਾ ਵਾ, ਕਥਾ ਤੋਂ ਆ ਜਾਊਗਾ ਕਥਾਵਾਂ, ਦਵਾਵਾਂ। ਠੀਕ ਆ, ਹਵਾਵਾਂ। ਠੀਕ ਹੈ, ਏਦਾਂ ਕਰਕੇ ਹਵਾ ਤੋਂ ਹਵਾਵਾਂ, ਦਵਾ ਤੋਂ ਦਵਾਵਾਂ। ਠੀਕ ਹੈ, ਇਸ ਤਰੀਕੇ ਦੇ ਨਾਲ। ਉਸ ਤੋਂ ਬਾਅਦ ਹੈਗਾ ਵਾ ਜਿਨ੍ਹਾਂ ਇਸਤਰੀ ਲਿੰਗ ਨਾਵਾਂ ਦੇ ਅੰਤ ਵਿੱਚ ਕੰਨਾ ਬਿੰਦੀ ਹੋਵੇ ਉਹਨਾਂ ਦੇ ਇੱਕ ਵਚਨ ਅਤੇ ਬਹੁਵਚਨ ਰੂਪ ਹੇਠ ਲਿਖੇ ਅਨੁਸਾਰ ਹੁੰਦੇ ਹਨ। ਮਤਲਬ ਜਿੱਥੇ ਮਤਲਬ ਕਿਸੇ ਇੱਕ ਸ਼ਬਦ ਦੇ ਨਾਲ ਕੰਨਾ ਲੱਗ ਕੇ ਉੱਪਰ ਬਿੰਦੀ ਆ ਉੱਥੇ ਜਿਹੜਾ ਅਗਲਾ ਵਾਲਾ ਸ਼ਬਦ ਆ ਉੱਥੇ ਇਸ ਤਰੀਕੇ ਦੇ ਨਾਲ ਆ ਜਾਂਦੇ। ਜਿਵੇਂ ਮਾਵਾਂ ਮਾਈਆਂ, ਗਾਵਾਂ ਗਾਈਆਂ। ਠੀਕ ਆ, ਮਾਵਾਂ ਮਾਈਆਂ, ਗਾਵਾਂ ਗਾਈਆਂ, ਸਰਾਵਾਂ ਸਰਾਵਾਂ, ਇਸ ਤਰੀਕੇ ਦੇ ਨਾਲ। ਠੀਕ ਆ ਬਈ, ਆ ਦੇਖੋ ਤੁਹਾਡੇ ਸਾਹਮਣੇ ਉੱਪਰੋਂ ਜਿਹੜੀ ਆ ਛੱਤ ਤੋਂ ਮਿੱਟੀ ਡਿੱਗੀ, ਜਿਹੜੀਆਂ ਉਹ ਕੜਕੀ ਨਹੀਂ ਮਿੱਟੀ ਲਿਆਉਂਦੀ ਹੁੰਦੀ ਮੂੰਹ ਦੇ ਵਿੱਚ ਫੜ ਕੇ। ਹਨਾ, ਉਹ ਵੇਖੋ ਮਿੱਟੀ ਲਿਆ ਕੇ ਕਿੰਨੀ ਸਾਰੀ ਮਿੱਟੀ ਇਹਨੇ ਬੁੱਕ ਦੇ ਉੱਪਰ ਸੁੱਟ ਦਿੱਤੀ। ਆਪਾਂ ਇਹਨੂੰ ਸਾਫ਼ ਕਰ ਲੈਂਦੇ ਆ। ਠੀਕ ਆ, ਉਸ ਤੋਂ ਬਾਅਦ ਆਉਂਦਾ ਵਾ ਵਿਸ਼ੇਸ਼ਣ। ਨਾਵਾਂ ਦੀ ਵਿਸ਼ੇਸ਼ਤਾ, ਗੁਣ, ਔਗਣ ਜਾਂ ਗਿਣਤੀ ਮਿਣਤੀ ਦੱਸਣ ਵਾਲੇ ਸ਼ਬਦ ਕੀ ਹੁੰਦੇ ਹਨ? ਵਿਸ਼ੇਸ਼ਣ। ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? 5। ਵਿਸ਼ੇਸ਼ਣ ਦੀਆਂ ਕਿਸਮਾਂ ਦੇ ਨਾਂ ਲਿਖੋ। ਗੁਣਵਾਚਕ, ਸੰਖਿਅਕ, ਪ੍ਰਮਾਣਵਾਚਕ ਤੇ ਨਿਸ਼ਚੈਵਾਚਕ ਪੜ੍ਹਨਾਵੀ ਵਿਸ਼ੇਸ਼ਣ। ਠੀਕ ਆ, ਚਿੱਟਾ, ਕਾਲਾ, ਸੋਹਣਾ, ਵੱਡਾ, ਛੋਟਾ, ਇਹ ਸ਼ਬਦ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਹਨ? ਗੁਣਵਾਚਕ। ਇਹ ਘਰ ਬਹੁਤ ਸੋਹਣਾ ਹੈ। ਇਸ ਵਾਕ ਵਿੱਚ ਜਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ, ਮਤਲਬ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ? ਗੁਣਵਾਚਕ ਦੀ, ਮਤਲਬ ਉਹਦਾ ਗੁਣ ਦੱਸਿਆ ਗਿਆ ਵਾ। ਕੱਪੜੇ ਦਾ ਰੰਗ ਪੀਲਾ, ਇਹ ਵੀ ਗੁਣ ਦੱਸਿਆ ਗਿਆ ਵਾ। 15, 20, ਡਿਊੜਾ, ਦੁੱਗਣਾ, ਤੀਜਾ, ਇਹ ਸੰਖਿਆਵਾਚਕ ਵਿਸ਼ੇਸ਼ਣ ਆ। ਠੀਕ ਆ, ਸੰਖਿਆਵਾਚਕ ਵਿਸ਼ੇਸ਼ਣ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ? 6 ਤਰ੍ਹਾਂ ਦੇ। ਆ ਜ਼ਰੂਰ ਯਾਦ ਰੱਖਿਓ, ਕਿਸਮਾਂ ਦੀਆਂ ਅੱਗੋਂ ਕਿਸਮਾਂ ਜਿਹੜੀਆਂ ਸਾਨੂੰ ਪੁੱਛ ਲਈਆਂ ਜਾਂਦੀਆਂ। ਸੰਖਿਆਵਾਚਕ ਜਿਹੜਾ ਵਾ 6 ਤਰ੍ਹਾਂ ਦਾ ਵਾ। ਸਧਾਰਨ ਸੰਖਿਅਕ ਵਿਸ਼ੇਸ਼ਣ, ਕਰਮਵਾਚੀ ਸੰਖਿਅਕ ਵਿਸ਼ੇਸ਼ਣ, ਸਮੋਚਤਾ ਬੋਧਮਕ ਸੰਖਿਅਕ ਵਿਸ਼ੇਸ਼ਣ, ਕਸਰੀ ਸੰਖਿਅਕ ਵਿਸ਼ੇਸ਼ਣ, ਨਿਖੇੜੀਵਾਚੀ ਸੰਖਿਅਕ ਵਿਸ਼ੇਸ਼ਣ, ਅਨਿਸ਼ਚਿਤ ਸੰਖਿਅਕ ਵਿਸ਼ੇਸ਼ਣ। ਠੀਕ ਹੈ, ਵੇਖੋ
अगले क्वेश्चन तो साडी इहदी सारी क्लैरिफिकेशन हो जूगी। पहला, दूजा, तीजा ये शब्द किस प्रकार के संख्या विशेषण कर्मवाची आ। ठीक है, अद्धा, पौना, ढाई, सवाया ये किहड़े ने? कसरी। कसरी की ने? कसरी संख्यावाचक विशेषण ने। ठीक है, वेखो किन्ना घैंट डाटा वा इस बुक दे विच। मैं पहलां ही तुहानूं कहा ਸੀ कि ये बुक साडे लई बहुत जरूरी आ। मैं दुध दा अद्धा गिलास पीता, कसरी आ। ठीक है, मेरी पैंट की जेब विच 500 रुपए हैं, यह सधारण विशेषण आ। यह आह ऐह औह ये शब्द किस प्रकार के विशेषण? निश्चयवाचक। यह दरखत सब तो लम्मा है, इस वाक विच किहड़े विशेषण की वरतों हुई है? निश्चयवाचक। मतलब यह लगा वा, जे ते ओह लगा हुंदा फिर निश्चयवाचक नहीं सी होना। जरा कू, शेर कू, किन्ना सारा, बहुत कुछ ये शब्द किस प्रकार के विशेषण हैं? प्रमाणवाचक। मैनू 2 किलो खंड दिओ कि इस वाक विच किहड़े विशेषण की वरतों हुई है? निश्चित प्रमाणवाचक विशेषण की। मैनू शेर को खंड दिओ इस वाक विच किहड़े विशेषण की वरतों की गई है? अनिश्चित प्रमाणवाचक विशेषण की। ठीक है, इत्थे गिनती दसी उन्हें, इत्थे ने 2 किलो मंगी सी, इत्थे ने शेर को कहा, इस करके अनिश्चित आ जाऊगा। ठीक है, नावां नाल आके विशेषण का काम करने वाले पड़नाव की कहते हैं? पड़नावी विशेषण। कौन, की, केड़ा, जो, किन्ना, तुहाडा, मेरा ये शब्द किस प्रकार के विशेषण हैं? पड़नावी। फुटबॉल कौन खेडदा है? इस वाक विच किहड़े विशेषण की वरतों हुई है? मूल रूप पड़नावी विशेषण की। ठीक है, मेरी कमीज लाल रंग की है, इस वाक विच मेरी किस प्रकार का विशेषण है? उत्पन्न रूप पड़नावी विशेषण। ठीक है, देखो किन्ने औखे क्वेश्चन साडे विशेषण नाव पड़नाव दे इहदे विच हैगे आ। इदां दे ही क्वेश्चन सानू पेपर दे विच जिहड़े आ देखण नूं मिलदे आ। उस तो बाद साडा हैगा वा किरिया, इहनूं आपां करांगे अगली वीडियो दे विच। आपां लिंग देखो नाव, पड़नाव, लिंग, वचन ते विशेषण 5 टॉपिक जिहड़े आपां इस वीडियो दे विच कर चुके आ। ठीक है, ते जिहड़ा आ हैगा ना संख्यावाचक विशेषण दियां अग्गों अगलियां किस्मां, ये बहुत इंपॉर्टेंट आ। ये बहुत इंपॉर्टेंट आ क्योंकि सानू किस्मां दियां अग्गों किस्मां ज़्यादा पुछियां जांदियां पेपर दे विच। सो संख्यावाचक दियां ये भी जिहड़ियां किस्मां तुसीं जरूर याद रखियो। मैं एक बारी रिपीट कर दिंदी हां। सधारण संख्यक विशेषण, कर्मवाची संख्यक विशेषण, समुच्चता बोधमक संख्यक विशेषण, कसरी संख्यक विशेषण, निखेड़ी संख्यक विशेषण, अनिश्चित संख्यक विशेषण। ठीक है, एक चीज़ होर, मैं इस बुक की पूरी पंजाबी सबजैक्ट की ट्रिपल ए ते जिहड़ी पंजाबी दित्ती गई उहदे सारा व्याकरण भाग जिहड़ा वा पूरी दी पूरी PDF जिहड़ी आ मैं टैलीग्राम ते भेज चुकी हाँ। जिन्हां बच्चों ने अजे तक टैलीग्राम ज्वाइन नहीं किया, मेरी वीडियो का डिस्क्रिप्शन जरूर चैक करिया करो। उत्थे तुहानूं मेरे टैलीग्राम चैनल का लिंक मिल जूगा। उत्थे मैं जो भी क्लास दे विच मटीरियल करवाउणी आ वो सारा PDF के रूप दे विच प्रोवाइड करवाया जांदा वा। सो तुसीं जल्दी तो जल्दी जिहड़ा वा अपना टैलीग्राम चैनल जिहड़ा ज्वाइन कर लेना क्योंकि उत्थे इस बुक की PDF जिहड़ी आ पई होई आ, खास करके पंजाबी विशे दी। ठीक है, सो मिलदे आं आपां अगली वीडियो दे विच। सत श्री अकाल सारिआं नूं।